ਇੱਕ ਬਹੁਤ ਵੱਡੀ ਖਬਰ ਹੈ ਕੋਰੋਨਾ ਦੀ ਜੋ ਤੀਜੀ ਲਹਿਰ ਸੰਭਾਵਿਤ ਜੋ ਗੱਲ ਕਹੀ ਜਾ ਰਹੀ ਹੈ ਉਸ ਵਿੱਚ ਜੋ ਇੱਕ ਡਰ ਜਤਾਇਆ ਜਾ ਰਿਹਾ ਸੀ ਕਿ ਬੱਚੇ ਇਸ ਦੇ ਵਿੱਚ ਪ੍ਰਭਾਵਿਤ ਹੋ ਸਕਦੇ ਨੇ। ਇਸ ਨੂੰ ਲੈ ਕੇ ਇੱਕ ਬਹੁਤ ਵੱਡਾ ਬਿਆਨ ਆਇਆ ਦਿੱਲੀ ਏਮਸ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਦਾ। ਉਹਨਾਂ ਨੇ ਇਹ ਕਿਹਾ ਕਿ ਨਾ ਤਾਂ ਭਾਰਤ 'ਚ ਤੇ ਨਾ ਹੀ ਦੁਨੀਆ ਦੇ ਵਿੱਚ ਕਿਸੇ ਵੀ ਹਿੱਸੇ 'ਚ ਬੱਚਿਆਂ ਦੇ ਇਸ ਦੇ ਨਾਲ ਗੰਭੀਰ ਬਿਮਾਰ ਹੋਣ ਦਾ ਕੋਈ ਵੀ ਡੇਟਾ ਸਾਹਮਣੇ ਆਇਆ, ਕੋਈ ਅਜਿਹਾ ਡੇਟਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਅਗਲੀ ਲਹਿਰ ਜੇ ਆਉਂਦੀ ਹੈ ਤਾਂ ਇਸ ਬੱਚਿਆਂ ਦੇ ਜ਼ਿਆਦਾ ਪ੍ਰਭਾਵਿਤ ਹੋਣ ਦਾ ਕੋਈ ਸਬੂਤ ਨਹੀਂ ਹੈ। ਇਹ ਇੱਕ ਬਹੁਤ ਵੱਡੀ ਰਾਹਤ ਹੈ ਜੋ ਕਿ ਏਮਸ ਦੇ ਡਾਇਰੈਕਟਰ ਨੇ ਗੱਲ ਕਹੀ ਹੈ। ਉਹਨਾਂ ਨੇ ਕਿਹਾ ਕਿ ਅਗਲੀ ਲਹਿਰ ਨੂੰ ਜੇ ਅਸੀਂ ਰੋਕਣਾ ਹੈ ਤਾਂ ਫਿਰ ਜਦੋਂ ਤੱਕ ਸਾਰਿਆਂ ਦੀ ਵੈਕਸੀਨੇਸ਼ਨ ਨਹੀਂ ਹੁੰਦੀ ਉਦੋਂ ਤੱਕ ਹਦਾਇਤਾਂ ਦਾ ਪਾਲਣ ਬਹੁਤ ਜ਼ਰੂਰੀ ਹੈ। ਉਹਨਾਂ ਨੇ ਇਹ ਦੱਸਿਆ ਕਿ ਜਿਹੜੀ ਵੇਵ ਆਉਂਦੀ ਹੈ ਉਹ ਇਸ ਤਰ੍ਹਾਂ ਹੀ ਆਉਂਦੀ ਹੈ ਕਿ ਜਦੋਂ ਮਾਮਲੇ ਘਟਣ ਲੱਗਦੇ ਨੇ ਤਾਂ ਸਰਕਾਰਾਂ ਵੀ ਲੋਕਡਾਊਨ ਖੋਲ੍ਹ ਦਿੰਦੀਆਂ ਨੇ, ਪੂਰਾ ਸਭ ਕੁਝ ਖੋਲ੍ਹ ਦਿੱਤਾ ਜਾਂਦਾ ਤੇ ਲੋਕ ਲਾਪਰਵਾਹ ਹੋ ਜਾਂਦੇ ਨੇ। ਇਸ ਕਰਕੇ ਅਗਲੀ ਲਹਿਰ ਆਉਂਦੀ ਹੈ ਤੇ ਜੇ ਅਸੀਂ ਅਗਲੀ ਲਹਿਰ ਨੂੰ ਰੋਕਣਾ ਹੈ ਤਾਂ ਅਸੀਂ ਧਿਆਨ ਰੱਖੀਏ, ਭੀੜਾਂ ਇਕੱਠੀਆਂ ਨਾ ਕਰੀਏ ਤਾਂ ਅਗਲੀ ਲਹਿਰ ਨਹੀਂ ਆਏਗੀ। ਤੇ ਜੇ ਆਉਂਦੀ ਵੀ ਹੈ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਤਾਂ ਉਸ 'ਚ ਬੱਚੇ ਪ੍ਰਭਾਵਿਤ ਨਹੀਂ ਹੋਣਗੇ। ਦੁਨੀਆ 'ਚ ਅਜਿਹਾ ਕੋਈ ਸਬੂਤ ਨਹੀਂ ਹੈ। ਉਹਨਾਂ ਨੇ ਇਹ ਬਹੁਤ ਵੱਡੀ ਗੱਲ ਕਹੀ ਹੈ ਕਿ ਦੁਨੀਆ 'ਚ ਕਈ ਜਗ੍ਹਾ ਤੇ ਅਗਲੀ ਲਹਿਰ ਆ ਵੀ ਚੁੱਕੀ ਹੈ ਕਰੋਨਾ ਦੀ, ਪਰ ਉੱਥੇ ਵੀ ਇਹ ਡੇਟਾ ਨਹੀਂ ਹੈ ਕਿ ਬੱਚੇ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ। ਜਿਸ ਤਰ੍ਹਾਂ ਪਹਿਲਾਂ ਬਹੁਤ ਸਾਰੇ ਬਿਆਨ ਇਸ ਤਰ੍ਹਾਂ ਦੇ ਆਏ ਸਨ ਕਿ ਬੱਚਿਆਂ ਦੇ ਉੱਪਰ ਇਸ ਦਾ ਜ਼ਿਆਦਾ ਅਸਰ ਹੋ ਸਕਦਾ ਹੈ, ਪਰ ਡਾਕਟਰ ਰਣਦੀਪ ਗੁਲੇਰੀਆ ਜੋ ਕਿ ਦਿੱਲੀ ਏਮਸ ਦੇ ਡਾਇਰੈਕਟਰ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਜਿਹਾ ਕੋਈ ਸਬੂਤ दुनिया च नहीं है। बयान तो सुनाने हैं। अगर हम पूरा डेटा देखें, इंडियन डेटा देखें, फर्स्ट वेव का, सेकंड वेव का या ग्लोबल डेटा देखें, तो अभी तक ऐसा कोई डेटा नहीं आया विद ओल्ड दी वायरस और द न्यू वेरिएंट्स जहाँ पे ये दिखाया गया है कि बच्चों में अब ज़्यादा सीरियस इन्फेक्शन हो। अगर हम सेकंड वेव का डेटा भी देखें तो जो भी बच्चे एडमिट हुए थे हॉस्पिटल में 60 to 70% जो बच्चे एडमिट हुए थे दे वर दोज विद कोमॉर्बिडिटीज़, या तो उनकी इम्यूनिटी कम थी या कुछ ऐसे बच्चे थे जो कीमोथेरेपी पे थे। जो हेल्दी बच्चे थे उनको माइल्ड इलनेस हुआ एंड दे रिकवर्ड विदाउट हॉस्पिटलाइजेशन। इसलिए अभी कोई एविडेंस ऐसा नहीं है कि अगर वेव आएगी तो सीवियर इलनेस बच्चों में करेंगी। और चाहे हम इंडियन डेटा देखें चाहे ग्लोबल डेटा देखें, और कई पार्ट्स ऑफ द वर्ल्ड में अभी भी कई केसेस आ रहे हैं, नए वेव चल रहे हैं, लेकिन उसमें कभी अभी तक भी ऐसा कोई डेटा नहीं आया कि बच्चों में ज़्यादा सीरियस इन्फेक्शन होती है। तो आई डोंट थिंक दैट वी विल हैव एनी सीरियस इन्फेक्शन इन द फ्यूचर इन चिल्ड्रन। और अगर हमें अगले वेव्स को रोकना है तो ये हम सबके हाथ में है। अगर हम कोविड अप्रोप्रिएट बिहेवियर बना के रखेंगे, भीड़ नहीं इकट्ठे होने देंगे, चेन ऑफ ट्रांसमिशन को तोड़ेंगे तो हमारे लिए आगे के लिए वेव्स नहीं बनेंगे। और ये आई थिंक बहुत ज़रूरी है, both from point of view of subsequent waves and misinformation ki the subsequent waves are going to cause more severe disease in children। बहुत ਵੱਡਾ ਬਿਆਨ ਹੈ। ਇਸ ਦੇ ਉੱਪਰ ਗੱਲਬਾਤ ਕਰਨ ਲਈ ਸਾਡੇ ਨਾਲ ਏਮਸ ਦੇ ਹੀ ਸੀਨੀਅਰ ਡਾਕਟਰ ਅਮਰਿੰਦਰ ਸਿੰਘ ਜੀ ਜੁੜ ਗਏ ਨੇ। ਡਾਕਟਰ ਅਮਰਿੰਦਰ ਸਿੰਘ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੀਟੀਸੀ ਨਿਊਜ਼ ਤੇ। ਇਹ ਇੱਕ ਵੱਡਾ ਬਿਆਨ ਆਇਆ ਅੱਜ ਡਾਕਟਰ ਰਣਦੀਪ ਗੁਲੇਰੀਆ ਦਾ, ਜਦਕਿ ਪਹਿਲਾਂ ਬਹੁਤ ਡਰ ਜਤਾਇਆ ਜਾ ਰਿਹਾ ਸੀ ਕਿ ਬੱਚੇ ਜਿਹੜੇ ਇਸ ਤੋਂ ਪ੍ਰਭਾਵਿਤ ਹੋ ਸਕਦੇ ਆ। ਹੁਣ ਇਹ ਅੱਜ ਇਹ ਬਿਆਨ ਆਉਣਾ, ਇੱਥੋਂ ਅਸੀਂ ਮੰਨ ਸਕਦੇ ਕਿ ਜੋ ਗੱਲ ਕਹਿ ਰਹੇ ਹੈ ਕਿ ਡਰਨ ਦੀ ਲੋੜ ਨਹੀਂ ਹੈ, ਖਾਸ ਕਰ ਬੱਚਿਆਂ ਨੂੰ। ਐਬਸੋਲੂਟਲੀ। ਦੇਖੋ ਹਜੇ ਜੋ ਥਰਡ ਵੇਵ ਦਾ ਜੋ ਸੋਚ ਰਹੇ ਆ, ਇਹ ਦੋ ਕਾਰਨਾਂ ਕਰਕੇ ਮੇਨ ਸੋਚ ਰਹੇ ਆ। ਇੱਕ ਤੇ ਸੋਚ ਰਹੇ ਆ ਕਿ ਅਗਰ ਸਿੰਗਾਪੁਰ ਵਿੱਚ ਕੁਛ ਥਾਵਾਂ ਤੇ ਜੋ ਆਇਆ ਸਟ੍ਰੇਨ ਉਹਦੇ ਕਰਕੇ ਬੱਚੇ ਪ੍ਰਭਾਵਿਤ ਹੋਏ ਆ, ਉਸ ਕਰਕੇ ਇੱਕ ਸੋਚਿਆ ਜਾ ਰਿਹਾ। ਸੈਕਿੰਡ ਇੱਕ ਚੀਜ਼ ਹੋਰ ਸੋਚੀ ਜਾ ਰਹੀ ਹੈ ਕਿ ਸੈਕਿੰਡ ਥਿੰਗ ਹੈ ਕਿ ਜਿਹੜਾ ਆਪਾਂ ਸਰਵੇ ਦੇਖਿਆ ਗਿਆ ਕਿ ਥਰਡ ਵੇਵ ਨਵਾਂ ਹੋਸਟ ਜਿਹੜਾ ਹੁਣ ਜਿਹੜੀ ਸੈਕਿੰਡ ਵੇਵ आई सी उस विच भी हमने देखा कि जितने भी प्रभावित हुए कोई हर वर्ग का जो भी चाहे बच्चे हैं चाहे अडल्ट हैं चाहे ओल्ड एज हैं सब प्रभावित हुए हैं। पर बच्चे की इम्यूनिटी अच्छी होती है, इम्यूनिटी अच्छी होने के कारण क्योंकि उनकी कोमोर्बिड कंडीशन कम होती है और अगर उनकी इम्यूनिटी अच्छी रहती है तो इसके कारण उनको सिर्फ माइल्ड इन्फेक्शन होती है। ज़्यादातर फीवर होगा, कफ होगा और नोजिया, वॉमिटिंग और डायरिया होकर खत्म हो जाता है। माइल्ड टू मॉडरेट इन्फेक्शन ही होती है, सीवियर नहीं होती। तो ये ऐसा कोई कहीं डाटा नहीं है अभी, ना कोई ग्लोबल डाटा है ना कोई इंडियन डाटा की
जिसके कारण हमको पता लगे कि ये थर्ड वेव में ज्यादातर बच्चे प्रभावित होंगे। जो सेकंड वेव थी उसमें भी बच्चे काफी प्रभावित हो चुके हैं, क्योंकि उनमें इम्यूनिटी अच्छी होने के कारण कई बार एसिम्प्टोमेटिक ही हो गए चला गया, पता भी नहीं चला, और कुछ में माइल्ड हुआ और कुछ में मॉडरेट हुआ, और सीवियर बहुत ही कम, मतलब सिर्फ 4% में देखा गया उनमें सीवियर बच्चे जिनको शॉर्टनेस ऑफ ब्रेथ हुई हो, या कोई ऑक्सीजन फॉल किया हो, या कोई स्पूटम प्रोडक्शन आई हो, तो बहुत कम है। तो ऐसा कोई अभी डाटा नहीं है कि जिसके कारण पता लगा सकें कि यस कि थर्ड वेव में ज्यादा बच्चे प्रभावित होंगे। पर डॉक्टर ਅਮਰਿੰਦਰ ਸਿੰਘ ਜੀ, ਫਿਰ ਅੱਜ ਇਹਨਾਂ ਨੂੰ ਸਫਾਈ ਦੇਣੀ ਪਈ ਹੈ। ਇੱਕ ਚੀਜ਼ ਜਿਹੜੀ ਲੋਕਾਂ ਦੇ ਮਨਾਂ 'ਚ ਉੱਠ ਰਹੀ ਹੈ ਕਿ ਪਹਿਲਾਂ ਜਿਹੜੇ ਲੋਕ ਪਹਿਲਾਂ ਜਿਨ੍ਹਾਂ ਨੂੰ ਕਰੋਨਾ ਹੋਇਆ ਉਹਨਾਂ ਨੂੰ ਦੁਬਾਰਾ ਕਰੋਨਾ ਹੋਏਗਾ ਨਹੀਂ, ਇਸ ਨੂੰ ਲੈ ਕੇ ਵੀ ਕੋਈ ਕਲੈਰਿਟੀ ਨਹੀਂ ਹੈ। ਤੇ ਵੈਕਸੀਨੇਸ਼ਨ ਵੀ 18 ਸਾਲ ਤੋਂ ਉੱਪਰ ਲੱਗ ਰਹੀ ਹੈ, ਬੱਚਿਆਂ ਕੋਲ ਵੈਕਸੀਨੇਸ਼ਨ ਵੀ ਨਹੀਂ ਹੈ। ਇਸ ਗੱਲ ਨੂੰ ਲੈ ਕੇ ਡਰ ਜਿਹੜਾ ਹੈ ਪੇਰੈਂਟਸ ਖਾਸ ਤੌਰ ਤੇ ਹੈ। ਦੇਖੋ मैं ਤੁਹਾਨੂੰ ਦੋ ਚੀਜ਼ਾਂ ਦੱਸਦਾ ਵਾਂ। ਜੀ, ਪੇਰੈਂਟਸ ਨੂੰ ਡਰਨ ਦੀ ਕੋਈ ਗੱਲ ਨਹੀਂ ਹੈ। ਦੇਖੋ ਬੱਚਿਆਂ 'ਚ ਇਮਿਊਨਿਟੀ ਅੱਛੀ ਹੁੰਦੀ ਹੈ ਜੇ ਉਹ ਕੋਵਿਡ ਐਪਰੋਪ੍ਰੀਏਟ ਬਿਹੇਵੀਅਰ ਚੰਗੀ ਤਰ੍ਹਾਂ ਅਪਣਾ ਕੇ ਰੱਖਣ, ਮਾਸਕ ਪਾ ਕੇ, ਸੋਸ਼ਲ ਡਿਸਟੈਂਸਿੰਗ, ਤੇ ਹਜੇ ਵੀ ਮੈਂ ਕਹਿੰਦਾ ਕਿ ਦਸੰਬਰ ਤੱਕ ਕੋਈ ਵੀ ਪੇਰੈਂਟ ਹੈ ਆਪਣੇ ਬੱਚੇ ਨੂੰ ਆਈਸੋਲੇਟ ਹੋ ਕੇ ਹੀ ਖਾਣਾ ਦੇਣ, ਨਾਲ ਬਹਿ ਕੇ ਇਕੱਠੇ ਖਾਣਾ ਨਾ ਖਾਣ, ਮੂੰਹ ਖੋਲ ਕੇ। ਕਹਿਣ ਦਾ ਮਤਲਬ ਕਿ ਮਾਸਕ ਉਤਾਰ ਕੇ, ਅਗਰ अलग कमरे च उन्होंने दिता जाए खाना और सोशल डिस्टेंसिंग की जाए। और दूसरी गल कि हुण ट्रायल स्टार्ट हो चुके हैं इंडिया में भी, जिहदे कारण कि आपां कोवैक्सीन और कोविशील्ड दे भी ट्रायल स्टार्ट ने कि 2 साल तो उपर वालियां नूं मतलब ट्रायल्स विच आ चुके हैं। थोड़ी देर तक वो भी उन्होंने भी वैक्सीन लगनी स्टार्ट हो जाएगी। सो डरने वाली कोई गल नहीं है, घबराना किसी ने नहीं है। हाँ, ये चीज जरूरी है कि अगर तुसी कोविड एप्रोप्रिएट बिहेवियर अजे भी अपनाओगे तो मास्क चंगी तरह सारिया फैमिलीज घर पा के रखणगियां, घर भी जदों इकट्ठे बैठते ने। हाँ, जदों अपना अकेले कमरे च हो तां तुसी मास्क उतार सकते हो, नहीं तो तुसी मास्क पा के ही रखन। बच्चों नूं को, पेरेंट्स ਵੱਡੇ ਬਜ਼ੁਰਗਾਂ ਨੂੰ ਵੀ ਕੋ, ਤੇ ਨਾਲ ਵਾਈਫ ਦੇ ਨਾਲ ਵੀ ਜਦੋਂ ਤੁਸੀਂ ਖਾਣਾ ਖਾਂਦੇ ਹੋ ਅਲੱਗ ਹੋ ਕੇ ਖਾਣਾ ਖਾਓ। ਔਰ ਈਵਨ ਤੁਸੀਂ ਆਫਿਸ ਵਿੱਚ ਵੀ ਜਾਂਦੇ ਹੋ ਤੇ ਉਸ ਟਾਈਮ ਤੇ ਵੀ ਤੁਸੀਂ ਮਾਸਕ ਪਾ ਕੇ ਹੀ ਰੱਖਣਾ ਹੈ। ਔਰ ਆਖਰੀ ਸਵਾਲ ਡਾਕਟਰ ਅਮਰਿੰਦਰ ਸਿੰਘ ਜੀ, ਹੁਣ ਤੱਕ ਇਹ ਗੱਲਾਂ ਕਿਉਂ ਆਈਆਂ ਫਿਰ? ਜੇ ਅੱਜ ਇਹਨਾਂ ਨੇ ਕਿਹਾ ਕਿ ਡਾਕਟਰ ਰਣਦੀਪ ਗੁਲੇਰੀਆ ਨੇ ਜੇ ਕਿਹਾ ਕਿ ਬੱਚੇ ਪ੍ਰਭਾਵਿਤ ਨਹੀਂ ਹੋਣਗੇ, ਪਰ ਹੁਣ ਤੱਕ ਇਹ ਗੱਲ ਕਿਉਂ ਆ ਰਹੀ ਸੀ ਕਿ ਬੱਚੇ ਤੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਆ? ਦੇਖੋ ਗੱਲ ਇਸ ਤਰ੍ਹਾਂ ਕਿ ਹਮੇਸ਼ਾ ਜਦੋਂ ਵੀ ਹੁਣ ਦੇਖਿਆ ਜਾਏ ਫਸਟ ਵੇਵ ਵਿੱਚ 올ਡ ਏਜ 60 ਤੋਂ ਅਬਵ ਵਾਲੇ ਪ੍ਰਭਾਵਿਤ ਹੋਏ, ਉਹ ਨਾਲ ਜਿਨ੍ਹਾਂ ਨੂੰ ਕੋਮੋਰਬਿਡ ਕੰਡੀਸ਼ਨ ਸੀ ਜਿਵੇਂ ਡਾਇਬਟੀਜ਼, ਹਾਈਪਰਟੈਂਸ਼ਨ, ਕੋਰਨੀ ਹਾਰਟ ਡਿਜ਼ੀਜ਼, ਲੰਗ ਡਿਜ਼ੀਜ਼, ਉਹ ਪ੍ਰਭਾਵਿਤ ਹੋਏ। ਦੂਸਰੀ ਵੇਵ 'ਚ ਆਪਾਂ ਵੇਖਿਆ ਹਰ ਵਰਗ ਪ੍ਰਭਾਵਿਤ ਹੋਇਆ, ਪਰ ਜ਼ਿਆਦਾਤਰ 18 ਤੋਂ 45 ਵਾਲੇ ਪ੍ਰਭਾਵਿਤ ਹੋਏ। ਬੱਚੇ ਵੀ ਇਹਦੇ ਵਿੱਚ ਪ੍ਰਭਾਵਿਤ ਹੋਏ ਕਿਉਂਕਿ ਉਹਨਾਂ ਦੀ ਇਮਿਊਨਿਟੀ ਅੱਛੀ ਸੀ ਤਾਂ ਉਹ ਬਚੇ ਰਹੇ। ਇਹ ਬਿਆਨ ਇਸ ਲਈ ਆ ਰਹੇ ਦੋ ਚੀਜ਼ਾਂ ਕਾਰਨ, क्योंकि थर्ड वेव जो पता नहीं आएगी कि नहीं आएगी ਤਾਂ आएगी कि कोविड एप्रोप्रिएट होएगी, ਆਪਾਂ सही तरह नहीं रखांगे। दो चीज़ां करके सोचते पे कि थर्ड वेव आ सकती है, क्योंकि स्पेनिश फ्लू जो आया सी उसके 4 वेव्स आईयां सी, ठीक है। तो और जो थर्ड वेव आई सी बड़ी मिनिस्कुल सी, बिल्कुल माइन्यूट फॉर्म्स आके खत्म हो गई। सैकेंड वेव डेंजरस सी, जिवें सैकेंड वेव हुण भी डेंजरस आई सी। ਤੇ ਇੱਕ ਤੇ ਉਹ ਰੀਜ਼ਨ ਹੈ। ਦੂਸਰਾ ਸਿੰਗਾਪੁਰ ਵਿੱਚ ਜਦੋਂ ਇਹ ਵੇਵ ਜਿਹੜੇ ਨਵੇਂ ਪੇਸ਼ੈਂਟਸ ਦੇਖੇ ਗਏ ਉਹਦੇ ਵਿੱਚ ਜ਼ਿਆਦਾ ਬੱਚੇ ਦੇਖੇ ਗਏ। ਤਾਂ ਇਹ ਦੋਨੋਂ ਕੈਲਕੂਲੇਟਿਵ ਚੀਜ਼ਾਂ ਨੂੰ ਦੇਖ ਕੇ ਉਹਨਾਂ ਨੇ ਕਿਹਾ ਕਿ ਯੈਸ ਮੇ ਬੀ ਥਰਡ ਵੇਵ ਆ ਸਕਦੀ, ਥਰਡ ਵੇਵ ਸ਼ਾਇਦ ਬੱਚੇ ਪ੍ਰਭਾਵਿਤ ਹੋ ਸਕਦੇ ਨੇ। ਇਹ ਇੱਕ ਅਲਰਟ ਕਰਨ ਦਾ ਤਰੀਕਾ ਹੈ ਗਵਰਨਮੈਂਟ ਦਾ ਵੀ ਕਿ ਲੋਕਾਂ ਨੂੰ ਪਤਾ ਹੈ ਕਿ ਤੁਸੀਂ ਜਾਗਰੂਕ ਰਹੋ। ਇਹ ਨਾ ਹੋਵੇ ਕਿ ਹੁਣ ਤੁਸੀਂ ਸੈਕੰਡ ਵੇਵ ਖਤਮ ਹੋ ਗਈ, ਕੇਸਿਸ ਘਟ ਗਏ ਤੇ ਤੁਸੀਂ ਖੁੱਲ੍ਹੇਆਮ ਜਿਵੇਂ ਤੁਸੀਂ ਜਨਵਰੀ ਫਰਵਰੀ 'ਚ ਹੋਇਆ ਸੀ ਕਿ ਖੁੱਲ੍ਹੇਆਮ ਲੋਕੀ ਰਿਲੈਕਸ ਹੋ ਗਏ ਸੀ, ਪੂਰਾ ਸਭ ਮਾਸਕ ਮੂਸਕ ਉਤਾਰਦੇ ਸੀ। ਅਜੇ ਵੀ ਸਰਵੇ ਆ, ਇੰਡੀਆ ਦਾ ਸਰਵੇ ਆ ਕਿ 50% ਲੋਕ ਅਜੇ ਵੀ ਮਾਸਕ ਨਹੀਂ ਪਾ ਰਹੇ। ਜਿਹੜੇ 50% ਜਿਹੜੇ ਮਾਸਕ ਪਾ ਰਹੇ ਆ ਉਹ 64% ਲੋਕ ਗਲਤ ਪਾ ਰਹੇ ਆ। ਕਿਸੇ ਨੇ ਨੱਕ ਕਵਰ ਨਹੀਂ ਕੀਤਾ, ਸਿਰਫ ਮੂੰਹ ਕਵਰ ਕੀਤਾ, ਕਿਸੇ ਨੇ ਠੋਡੀ ਤੱਕ ਰੱਖਿਆ ਹੋਇਆ, ਕਿਸੇ ਨੇ ਇੱਕ ਕੰਨ ਤੇ ਲਾਇਆ, ਕਿਸੇ ਨੇ ਦੂਸਰੇ ਕੰਨ ਤੇ ਲਾਇਆ, ਕਿਸੇ ਨੇ ਮੱਥੇ ਤੇ ਲਾਇਆ। ਤੇ ਕਹਿਣ ਦਾ ਮਤਲਬ ਇਹ ਆ ਸਿਰਫ 14% ਲੋਕ ਨੇ ਜਿਹੜੇ ਪੂਰੇ ਸਹੀ ਤਰ੍ਹਾਂ ਮਾਸਕ ਲਗਾ ਰਹੇ ਨੇ। ਜੇ ਆਪਾਂ ਦਸੰਬਰ ਤੱਕ, ਜਦੋਂ ਤੱਕ ਆਪਾਂ ਪੂਰੀ ਕੰਟਰੀ ਨੂੰ 70% ਵੈਕਸੀਨੇਸ਼ਨ ਨਹੀਂ ਦੇ ਦਿੰਦੇ, ਤਦ ਤੱਕ ਸਾਰਿਆਂ ਨੂੰ ਕੋਵਿਡ ਐਪਰੋਪ੍ਰੀਏਟ ਬਿਹੇਵੀਅਰ, ਖਾਸ ਕਰ ਮਾਸਕ ਹੀ ਜੀਵਨ ਹੈ, ਉਹਨੂੰ ਅਪਣਾ ਕੇ ਰੱਖਣਾ ਦਸੰਬਰ ਤੱਕ। ਜੇ ਤਾਂ ਇਹ ਕਰ ਲਿਆ ਸਭ ਬਚਾਅ ਹੋਏਗਾ। ਅੱਛਾ, ਇੱਕ ਆਖਰੀ ਸਵਾਲ ਡਾਕਟਰ ਅਮਰਿੰਦਰ ਜੀ, ਤੁਸੀਂ ਕਹਿ ਰਹੇ ਹੋ ਕਿ ਦਸੰਬਰ ਤੱਕ ਸਾਰਿਆਂ ਦੇ, ਜਿਸ ਤਰ੍ਹਾਂ ਸਰਕਾਰ ਨੇ ਦਾਅਵਾ ਕੀਤਾ ਕਿ ਅਸੀਂ ਸਭ ਨੂੰ ਵੈਕਸੀਨੇਸ਼ਨ ਲਗਾ ਦੇਵਾਂਗੇ ਵੱਡਿਆਂ ਨੂੰ, ਪਰ ਬੱਚੇ ਤਾਂ ਉਦੋਂ ਵੀ ਵੈਕਸੀਨੇਟਡ ਨਹੀਂ ਹੋਣਗੇ। ਨਹੀਂ ਉਹ ਤੱਕ ਦੇਖੋ ਹੁਣ ਟਰਾਇਲ ਚੱਲਦੇ ਪਏ ਆ ਉਹਨਾਂ ਤੇ, ਠੀਕ ਹੈ। ਹੁਣ ਜਦੋਂ ਟਰਾਇਲ ਉਹ ਪਾਸ ਹੋ ਗਏ, ਮਤਲਬ ਵੈਕਸੀਨ ਸੇਫ, ਇੱਕ ਟਰਾਇਲਸ ਹੁੰਦੇ ਆ। ਹੁਣ ਜਦੋਂ ਟਰਾਇਲਸ ਇਸ ਵਿੱਚ ਇਹਦਾ ਮਤਲਬ ਹੁੰਦਾ ਕਿ
ਸੇਫਟੀ ਵੀ ਵੇਖਣੀ ਹੈ, ਐਫੀਕੇਸੀ ਵੀ ਵੇਖਣੀ ਹੈ। ਉਹ ਟ੍ਰਾਇਲ ਚੱਲਦੇ ਪਏ ਆ, ਟ੍ਰਾਇਲ ਜੋ ਹੋ ਜਾਣਗੇ ਮੇ ਬੀ ਜਲਦੀ ਹੀ ਸਟਾਰਟ ਕਰ ਦੇਣਗੇ ਉਹਨਾਂ ਨੂੰ ਵੀ, ਬੱਚਿਆਂ ਨੂੰ ਐਸੀ ਕੋਈ ਗੱਲ ਨਹੀਂ ਹੈ। ਅਗਰ ਆਪਾਂ 18 ਤੋਂ ਲੈ ਕੇ 70-80 ਤੱਕ ਜਿੰਨੇ ਵੀ ਹੈਗੀ ਪਾਪੂਲੇਸ਼ਨ ਉਹਨਾਂ ਨੂੰ ਵੀ ਆਪਾਂ ਕਰ ਦਈਏ ਨਾ, ਇੱਕ ਹਰਡ ਇਮਿਊਨਿਟੀ ਡਿਵੈਲਪ ਹੋ ਜਾਂਦੀ, ਉਹਦੇ ਵਿੱਚ ਬੱਚਾ ਹੋਣ ਦਾ ਤਰੀਕਾ ਵੀ ਰਹਿੰਦਾ। ਅਗਰ ਆਪਾਂ ਦਸੰਬਰ ਤੱਕ ਜੋ ਕਹਿ ਰਹੀ ਸਰਕਾਰ ਕਿ ਉਹ ਪੂਰੀ ਕਰਤੀ ਦਸੰਬਰ ਤੱਕ, ਅਗਰ ਦਸੰਬਰ ਤੱਕ 18 ਤੋਂ ਉੱਪਰ ਵਾਲਿਆਂ ਨੂੰ ਲੱਗ ਚੁੱਕੇ ਔਰ ਵਿੱਚ ਉਹਨਾਂ ਨੇ ਜੋ ਟਾਈਮ ਲੱਗਾ ਬੱਚਿਆਂ ਨੂੰ ਵੀ ਸਟਾਰਟ ਕਰਤਾ, ਤੇ ਕਾਫੀ ਫਰਕ ਪੈ ਜਾਏਗਾ ਔਰ ਹਰਡ ਇਮਿਊਨਿਟੀ ਤਦ ਤੱਕ ਡਿਵੈਲਪ ਹੋ ਜਾਏਗੀ, ਫਿਰ ਸਾਰੇ ਸੁਰੱਖਿਅਤ ਰਹਿਣਗੇ। ਚਲੋ ਬਹੁਤ ਬਹੁਤ ਧੰਨਵਾਦ ਡਾਕਟਰ ਅਮਰਿੰਦਰ ਸਿੰਘ ਜੀ ਸਾਰੀ ਗੱਲਬਾਤ ਕਰਨ ਦੇ ਲਈ। ਤਾਂ ਇਹ ਲੋਕਾਂ ਨੂੰ ਇੱਕ ਜ਼ਰੂਰ ਚੇਤਾਵਨੀ ਇਹ ਹੈ ਕਿ ਤੁਸੀਂ ਕਰੋਨਾ ਦੀ ਹਦਾਇਤਾਂ ਦਾ ਪਾਲਣ ਜ਼ਰੂਰ ਕਰੋ, ਪਰ ਇੰਨਾ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਬੱਚਿਆਂ ਦੇ ਉੱਪਰ ਹੀ ਇਸ ਦਾ ਜ਼ਿਆਦਾ ਪ੍ਰਭਾਵ ਹੋਏਗਾ। ਅਜਿਹਾ ਦੁਨੀਆ 'ਚ ਕੋਈ ਸਬੂਤ ਨਹੀਂ ਹੈ। ਇਹ ਕਹਿਣਾ ਦਿੱਲੀ ਏਮਸ ਦੇ ਡਾਇਰੈਕਟਰ ਡਾਕਟਰ ਰਣਦੀਪ ਗੁਲੇਰੀਆ ਦਾ।